ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਹੈ। ਦੋਸਤੋ, ਸਾਨੂੰ ਉਮੀਦ ਹੈ ਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਗਿਆਨ ਨੂੰ ਸਮਝ ਰਹੇ ਹੋਗੇ। ਕਿਰਪਾ ਦੁਆਰਾ ਫੜੇ ਜਾਣਾ ਸੱਚਮੁੱਚ ਇਹ ਇੱਕ ਅਦਭੁਤ ਗੱਲ ਹੈ। ਅਸੀਂ ਹੁਣ ਤੱਕ ਵੇਖਿਆ ਕਿ ਇਹ ਕਿਸੇ ਮਨੁੱਖ ਨੂੰ ਪਰਮੇਸ਼ਰ ਵੱਲੋਂ ਦਿੱਤਾ ਗਿਆ ਮਹਾਨ ਵਰਦਾਨ ਹੈ, ਜਿਸ ਦੇ ਵਿੱਚ ਮਨੁੱਖ ਦੀ ਆਪਣੀ ਮਿਹਨਤ ਕੁਝ ਵੀ ਨਹੀਂ ਹੈ, ਬਲਕਿ ਮਨੁੱਖ ਤਾਂ ਪਰਮੇਸ਼ਰ ਤੋਂ ਬਹੁਤ ਦੂਰ ਬੁਰਾਈ ਅਤੇ ਪਾਪ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ। ਪਰਮੇਸ਼ਰ ਸਾਡੇ ਵੱਲ ਆਪਣੀ ਨਜ਼ਰ ਕਰਦਾ ਹੈ ਅਤੇ ਆਪਣੀ ਅਦਭੁਤ ਅਤੇ ਮਹਾਨ ਕਿਰਪਾ ਨਾਲ ਸਾਨੂੰ ਪਾਪ ਦੀ ਗੁਲਾਮੀ ਤੋਂ ਹਮੇਸ਼ਾ ਲਈ ਛੁਟਕਾਰਾ ਦੇ ਦਿੰਦਾ ਹੈ। ਇਹ ਛੁਟਕਾਰਾ ਸਾਨੂੰ ਕਿਰਪਾ ਦੁਆਰਾ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਨ ਨਾਲ ਮਿਲਦਾ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਰਪਾ ਦੇ 7 ਨਿਯਮਾਂ ਬਾਰੇ ਵੀ ਜਾਣਿਆ ਸੀ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਨਿਯਮਾਂ ਦੇ ਦੁਆਰਾ ਕਿਰਪਾ ਨੂੰ ਸਮਝਣ ਵਿੱਚ ਮਦਦ ਮਿਲੀ ਹੋਏਗੀ। ਤੇ ਹੁਣ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਅੱਜ ਅਸੀਂ ਕਿਰਪਾ ਦੇ ਬਾਰੇ ਬਾਈਬਲ ਧਰਮ ਸ਼ਾਸਤਰ ਵਿੱਚੋਂ ਲੂਕਾ ਦੀ ਅੰਜੀਲ ਉਸਦੇ 15 ਅਧਿਆਏ ਦੀ 11 ਆਇਤ ਤੋਂ ਲੈ ਕੇ 32 ਆਇਤ ਤੱਕ ਗੌਰ ਕਰਾਂਗੇ। ਦੋਸਤੋ, ਲੂਕਾ ਦੀ ਅੰਜੀਲ ਦੇ ਵਿੱਚ ਦਰਜ ਇਹਨਾਂ ਵਚਨਾਂ ਨੂੰ ਸਾਰੇ ਮਸੀਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਇਹਨਾਂ ਵਚਨਾਂ ਦੇ ਵਿੱਚ ਦਰਜ ਕਹਾਣੀ ਮਸੀਹੀ ਸਮਾਜ ਦੇ ਵਿੱਚ ਉਜਾੜੂ ਪੁੱਤਰ ਦੀ ਕਹਾਣੀ ਦੇ ਨਾਮ ਤੋਂ ਮਸ਼ਹੂਰ ਹੈ ਅਤੇ ਕਲੀਸਿਆ ਦੇ ਵਿੱਚ ਸੰਡੇ ਸਕੂਲ ਨੂੰ ਜਾਣ ਵਾਲੇ ਛੋਟੇ ਬੱਚਿਆਂ ਨੂੰ ਇਹ ਕਹਾਣੀ ਬਹੁਤ ਚੰਗੀ ਤਰ੍ਹਾਂ ਸਿਖਾਈ ਜਾਂਦੀ ਹੈ। ਬਹੁਤ ਵਾਰੀ ਚਰਚਾਂ ਦੇ ਵਿੱਚ ਕਿਸੇ ਕਾਨਫਰੰਸ ਦੇ ਦੌਰਾਨ ਇਸ ਕਹਾਣੀ ਦੇ ਉੱਤੇ ਨਾਟਕ ਵੀ ਖੇਡੇ ਜਾਂਦੇ ਹਨ। ਦੋਸਤੋ, ਜਦੋਂ ਅਸੀਂ ਇਸ ਕਹਾਣੀ ਨੂੰ ਪੜ੍ਹਦੇ, ਸੁਣਦੇ ਜਾਂ ਵੇਖਦੇ ਹਾਂ ਤਾਂ ਸਾਡਾ ਧਿਆਨ ਆਮ ਤੌਰ ਤੇ ਉਜਾੜੂ ਪੁੱਤਰ ਦੇ ਉੱਤੇ ਹੀ ਜਾਂਦਾ ਹੈ। ਪਰ ਅਸਲ ਦੇ ਵਿੱਚ ਇਹ ਕਹਾਣੀ ਤਾਂ ਪੁੱਤਰ ਦੇ ਬਾਰੇ ਨਹੀਂ, ਬਲਕਿ ਪਿਤਾ ਦੇ ਬਾਰੇ ਦੱਸਦੀ ਹੈ। ਕਿਉਂ? ਇਹ ਪਿਤਾ ਦੁਆਰਾ ਪੁੱਤਰ ਦੇ ਉੱਤੇ ਕੀਤੀ ਗਈ ਕਿਰਪਾ ਹੀ ਹੈ, ਜਿਸ ਦੇ ਕਰਕੇ ਉਜਾੜੂ ਪੁੱਤਰ ਆਪਣਾ ਸਭ ਕੁਝ ਗੁਆ ਕੇ ਵੀ ਜਦੋਂ ਪਿਤਾ ਕੋਲ ਵਾਪਸ ਆਉਂਦਾ ਹੈ ਤਾਂ ਉਹ ਉਸਨੂੰ ਗਲ ਨਾਲ ਲਾ ਲੈਂਦਾ ਹੈ ਅਤੇ ਉਸਨੂੰ ਫਿਰ ਤੋਂ ਬਹਾਲ ਕਰਦਾ ਹੈ। ਦੋਸਤੋ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਇਸ ਦਿਲਚਸਪ ਕਹਾਣੀ ਤੋਂ ਸਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਮਿਲੇਗੀ। ਤੇ ਆਓ ਫਿਰ ਬਿਨਾਂ ਦੇਰ ਕੀਤੇ ਵਧਦੇ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथी अज लिख एह अमर कहानी, एह अमर कहानी, एह अमर कहानी।
ओ रब्बा मेरे मेहर करी, तेरे बिन मेरा मुल नहीं ओ आना। ओ रब्बा मेरे मेहर करी, तेरे दर ते खड़ा मैं दीवाना। ਅਸੀਂ ਤੇਰੇ ਹੋ ਗਏ ਆਂ, ਹੁਣ ਕਿਦੇ ਹੋ ਸਕਾਂਗੇ। ਅਸੀਂ ਤੇਰੇ ਹੋ ਗਏ ਆਂ, ਹੁਣ ਕਿਦੇ ਹੋ ਸਕਾਂਗੇ। ਤੇਰੇ ਬਿਨ ਤਾਂ ਹਾਸਾ ਦੂਰ, ਅਸੀਂ ਰੋ ਵੀ ਨਾ। ਸਰੋਤਾ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਾਈਬਲ ਵਿੱਚ ਲੂਕਾ 15 ਅਧਿਆਏ 11 ਵਚਨ ਤੋਂ ਲੈ ਕੇ 32 ਐਤਾਂ ਦੇ ਵਚਨਾਂ ਬਾਰੇ ਗੌਰ ਕਰਾਂਗੇ। ਇਹਨਾਂ ਵਚਨਾਂ ਵਿੱਚ ਅਸੀਂ ਗੌਰ ਕਰਾਂਗੇ ਪਿਤਾ ਦੀ ਦੀਨਤਾ, ਪਿਤਾ ਤੋਂ ਬਖੇਬਰਾ, ਪਿਤਾ ਨਾਲ ਚਲਾਕੀ, ਪਿਤਾ ਨਾਲ ਮੇਲ, ਪਿਤਾ ਨਾਲ ਜਸ਼ਨ ਅਤੇ ਪਿਤਾ ਦੇ ਦੋਸ਼ ਬਾਰੇ ਗੌਰ ਕਰਾਂਗੇ। ਆਪ ਨੂੰ ਯਾਦ ਹੋਵੇਗਾ, ਇਸ ਲੜੀ ਦੇ ਆਰੰਭ ਵਿੱਚ ਮੈਂ ਲਈ ਇੱਕ ਭਜਨ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਦਾ ਨਾਮ ਹੈਰਾਨ ਕੁਨ ਕਿਰਪਾ ਸੀ। ਇਸ ਭਜਨ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੈ: ਅਦਭੁਤ ਕਿਰਪਾ, ਕਿੰਨੀ ਮਧੁਰ ਆਵਾਜ਼ ਜਿਸ ਨੇ ਮੇਰੇ ਵਰਗੇ ਨੀਚ ਮਨੁੱਖ ਨੂੰ ਬਚਾਇਆ। ਇੱਕ ਸਮੇਂ ਮੈਂ ਖੋਇਆ ਹੋਇਆ ਸੀ ਪਰ ਹੁਣ ਮੈਂ ਲੱਭ ਗਿਆ ਹਾਂ। ਇਸ ਭਜਨ ਦੇ ਇਹਨਾਂ ਸ਼ਬਦਾਂ ਬਾਰੇ ਅੱਜ ਅਸੀਂ ਅਧਿਐਨ ਕਰਨ ਜਾ ਰਹੇ ਹਾਂ। ਇਹ ਸਾਫ਼ ਜ਼ਾਹਿਰ ਜਾਪਦਾ ਹੀ ਹੈ ਅਤੇ ਜੌਨ ਨਿਊਟਨ ਨੇ ਖੁਦ ਵੀ ਇਸ ਨੂੰ ਮੰਨਿਆ ਸੀ ਕਿ ਉਸ ਕੋਲ ਇਹ ਵਿਚਾਰ ਅਜਾੜੂ ਪੁੱਤਰ ਦੀ ਕਹਾਣੀ ਤੋਂ ਆਇਆ ਸੀ ਜਿਸ ਦਾ ਜ਼ਿਕਰ ਬਾਈਬਲ ਬਾਣੀ ਵਿੱਚ ਲੂਕਾ ਦੀ ਅੰਜੀਲ ਦੇ 15 ਅਧਿਆਏ ਵਿੱਚ ਦਰਜ ਹਨ। ਉਸ ਨੇ ਆਪਣੇ ਭਜਨ ਵਿੱਚ ਇਹ ਸ਼ਬਦ ਕੀ ਇੱਕ ਸਮੇਂ ਸੀ ਜਦੋਂ ਮੈਂ ਖੋਇਆ ਹੋਇਆ ਸੀ ਪਰ ਹੁਣ ਮੈਂ ਲੱਭ ਗਿਆ ਹਾਂ, ਇਸ ਕਰਕੇ ਜੋੜੇ ਗਏ ਹਨ ਕਿਉਂਕਿ ਇਹੋ ਹੀ ਉਹ ਵਚਨ ਸੀ ਜੋ ਕਿ ਪਿਤਾ ਨੇ ਉਜਾੜੂ ਪੁੱਤਰ ਨੂੰ ਆਖਿਆ ਸੀ ਜਦੋਂ ਉਹ ਘਰ ਵਾਪਸ ਪਰਤਿਆ ਸੀ। ਜੌਨ ਨਿਊਟਨ ਨੇ ਇਹ ਵਿਸ਼ਵਾਸ ਸੀ ਕਿ ਨਵੇਂ ਨੇਮ ਤੋਂ ਲੈ ਕੇ ਉਹ ਖੁਦ ਹੀ ਉਜਾੜੂ ਪੁੱਤਰ ਦੀ ਸਭ ਤੋਂ ਮਹਾਨ ਉਦਾਹਰਨ ਸੀ। ਉਸ ਨੇ ਵਿਸ਼ਵਾਸ ਸੀ ਕਿ ਉਹ ਉਸ ਜਵਾਨ ਮਨੁੱਖ ਦੀ ਤਰ੍ਹਾਂ ਹੀ ਸੀ ਜੋ ਕਿ ਦੂਰ ਦੇਸ਼ ਨੂੰ ਚਲਾ ਗਿਆ ਸੀ। ਉਸ ਨੇ ਆਪਣੇ ਘਰਾਣੇ ਵਿੱਚ ਹਰ ਤਰ੍ਹਾਂ ਦੀ ਉਲੰਘਣਾ ਕੀਤੀ ਸੀ। ਉਸ ਨੇ ਆਪਣੇ ਪਰਮੇਸ਼ਰ ਪ੍ਰਸਤ ਮਾਂ ਦੇ ਸ਼ਬਦਾਂ ਨੂੰ ਪੈਰਾਂ ਹੇਠਾਂ ਕੁਚਲ ਕੇ ਇੱਕ ਬਹੁਤ ਹੀ ਦੁਸ਼ਟ ਵਿਵਹਾਰ ਗੁਲਾਮ ਦਾ ਵਿਵਹਾਰ ਕਰਨ ਲਈ ਕੰਪਨੀ ਨਾਲ ਜੁੜ ਗਿਆ ਸੀ ਅਤੇ ਸੱਚਮੁੱਚ ਉਹ ਆਪਣੀ ਜ਼ਿੰਦਗੀ ਨੂੰ ਬਸ ਦੇ ਹੇਠਾਂ ਸੁੱਟ ਰਿਹਾ ਸੀ। ਉਹੀ ਉਜਾੜੂ ਪੁੱਤਰ ਸੀ। ਆਪ ਇਸ ਨੂੰ ਨਹੀਂ ਸਮਝ ਸਕਦੇ ਕਿ ਉਸ ਨੇ ਆਪਣੇ ਭਜਨ ਲਈ ਇਹਨਾਂ ਸ਼ਬਦਾਂ ਨੂੰ ਕਿਉਂ ਚੁਣਿਆ ਸੀ। ਜੇਕਰ ਆਪ ਬਾਈਬਲ ਦੇ ਨਵੇਂ ਨੇਮ ਵਿੱਚ ਲੂਕਾ ਦੀ ਅੰਜੀਲ ਦੇ 15 ਅਧਿਆਏ ਵਿੱਚ ਦਰਜ ਕਹਾਣੀ ਨੂੰ ਅਸਲ ਵਿੱਚ ਨਹੀਂ ਸਮਝਦੇ, ਇਹ ਬਹੁਤ ਹੀ ਜਾਣੀਆਂ ਪਛਾਣੀਆਂ ਕਹਾਣੀਆਂ ਹਨ ਅਤੇ ਸਾਡੇ ਵਿੱਚੋਂ ਬਹੁਤਿਆਂ ਨੇ ਛੋਟੇ ਹੁੰਦਿਆਂ ਤੋਂ ਹੀ ਇਹਨਾਂ ਨੂੰ ਸੁਣਿਆ ਹੋਇਆ ਹੈ। ਪਰ ਫਿਰ ਵੀ ਮੈਂ ਆਪ ਨਾਲ ਇਹ ਵਾਅਦਾ ਕਰਨਾ ਚਾਹਾਂਗਾ ਕਿ ਜੇਕਰ ਆਪ ਅੱਜ ਮੇਰੀ ਗੱਲ ਸੁਣੋ ਅਤੇ ਪੂਰੇ ਧਿਆਨ ਨਾਲ ਸੁਣੋ ਤਦ ਅੱਜ ਆਪ ਕੁਝ ਗੱਲਾਂ ਸੁਣੋਗੇ ਜੋ ਆਪ ਨੇ ਪਹਿਲਾਂ ਨਹੀਂ ਸੁਣੀਆਂ ਹਨ, ਕਿਉਂਕਿ ਮੈਂ ਇਹਨਾਂ ਕਹਾਣੀਆਂ ਦਾ ਆਪਣੇ ਜੀਵਨ ਪਰ ਅਧਿਐਨ ਕਰਦਾ ਆ ਰਿਹਾ ਹਾਂ ਅਤੇ ਮੈਂ ਆਪ ਨੂੰ ਦੱਸ ਦੇਵਾਂ ਕਿ ਪਿਛਲੇ 3 ਮਹੀਨਿਆਂ ਦੇ ਦੌਰਾਨ ਪਰਮੇਸ਼ਰ ਸੱਚਮੁੱਚ ਮੇਰੇ ਦਿਲ ਦੇ ਅੰਦਰ ਇੱਕ ਕਾਰਜ ਕਰ ਰਿਹਾ ਹੈ। ਮੈਂ ਲੂਕਾ ਦੀ ਅੰਜੀਲ ਦੇ 15 ਅਧਿਆਏ ਦੇ ਅਰਥ ਦੀ ਗਹਿਰਾਈ ਨੂੰ ਸਮਝਿਆ ਹੈ। ਸਭ ਤੋਂ ਪਹਿਲਾਂ ਮੈਂ ਆਪ ਨੂੰ ਦੱਸ ਦੇਵਾਂ ਕਿ ਜੇਕਰ ਆਪ ਨੇ ਆਪਣੀ ਬਾਈਬਲ ਵਿੱਚ ਲੂਕਾ ਦੀ ਅੰਜੀਲ ਦੇ 15 ਅਧਿਆਏ ਨੂੰ ਖੋਲ੍ਹਿਆ ਹੈ ਤਦ ਜਲਦੀ ਹੀ ਆਪ ਗੌਰ ਕਰੋਗੇ ਇਸ ਅਧਿਆਏ ਦੇ ਆਰੰਭ ਵਿੱਚ 3 ਕਹਾਣੀਆਂ ਦਾ ਜ਼ਿਕਰ ਹੈ ਅਤੇ ਜਦੋਂ ਕਿ ਅਸੀਂ ਇਹਨਾਂ ਨੂੰ 3 ਭਿੰਨ-ਭਿੰਨ ਦ੍ਰਿਸ਼ਟਾਂਤ ਆਖਦੇ ਹਨ, ਉਹ ਤਾਂ ਅਸਲ ਵਿੱਚ 3 ਕਹਾਣੀਆਂ ਹਨ ਜੋ ਸੀ ਇੱਕ ਹੀ ਦ੍ਰਿਸ਼ਟਾਂਤ ਦਾ ਇੱਕ ਹਿੱਸਾ ਹਨ। ਪਹਿਲੀ ਕਹਾਣੀ ਗੁਆਚੀ ਹੋਈ ਭੇਡ ਦੀ ਕਹਾਣੀ ਹੈ। ਦੂਸਰੀ ਕਹਾਣੀ ਚਾਂਦੀ ਦੇ ਇੱਕ ਗੁਆਚੇ ਹੋਏ ਟੁਕੜੇ ਜਾਂ ਗੁਆਚੇ ਹੋਏ ਸਿੱਕੇ ਦੀ ਕਹਾਣੀ ਹੈ ਅਤੇ ਤੀਸਰੀ ਕਹਾਣੀ ਇੱਕ ਗੁਆਚੇ ਹੋਏ ਪੁੱਤਰ ਦੀ ਕਹਾਣੀ ਹੈ। ਗੁਆਚੀ ਹੋਈ ਭੇਡ, ਗੁਆਚਿਆ ਹੋਇਆ ਸਿੱਕਾ ਅਤੇ ਗੁਆਚਿਆ ਹੋਇਆ ਪੁੱਤਰ, ਇਹ ਸਭ ਯਿਸੂ ਦੇ ਦੁਆਰਾ ਦੱਸੇ ਇੱਕੋ ਹੀ ਦ੍ਰਿਸ਼ਟਾਂਤ ਨੂੰ ਸੰਪੂਰਨ ਕਰਦੇ ਹਨ। ਇਹਨਾਂ ਕਹਾਣੀਆਂ ਵਿੱਚ ਹਰੇਕ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਬਹਿਮੁੱਲੀ ਹੈ। ਮਿਸਾਲ ਵਜੋਂ ਗੁਆਚੀ ਹੋਈ ਭੇਡ 100 ਭੇਡਾਂ ਵਿੱਚੋਂ ਇੱਕ ਹੈ। ਖੋਇਆ ਹੋਇਆ ਸਿੱਕਾ 10 ਵਿੱਚੋਂ ਇੱਕ ਹੈ। ਖੋਇਆ ਹੋਇਆ ਪੁੱਤਰ 2 ਵਿੱਚੋਂ ਇੱਕ ਹੈ। ਇਹਨਾਂ ਸਭ ਕਹਾਣੀਆਂ ਵਿੱਚ ਜਿਵੇਂ ਕਿ ਯਿਸੂ ਜੀ ਨੇ ਉਹਨਾਂ ਨੂੰ ਦੱਸਿਆ ਸਨ, ਉਹ ਹੀ ਖੁਦ ਹੀ ਉਹ ਵਿਅਕਤੀ ਹੈ ਜੋ ਉਸ ਨੂੰ ਪਾਲ ਰਿਹਾ ਹੈ ਜੋ ਕਿ ਖੋਇਆ ਹੋਇਆ ਹੈ। ਇਹਨਾਂ ਕਹਾਣੀਆਂ ਵਿੱਚ ਯਿਸੂ ਹੀ ਉਹ ਚਰਵਾਹਾ ਹੈ, ਉਹੀ ਉਹ ਔਰਤ ਹੈ ਜੋ ਸਿੱਕੇ ਨੂੰ ਪਾਲ ਰਹੀ ਹੈ ਅਤੇ ਇਹੋ ਹੀ ਉਹ ਪਿਤਾ ਹੈ ਜੋ ਗਵਾਚੇ ਹੋਏ ਪੁੱਤਰ ਨੂੰ ਪਾਲ ਰਿਹਾ ਹੈ। ਹੁਣ ਇਹਨਾਂ ਕਹਾਣੀਆਂ ਦੀ ਗਹਿਰਾਈ ਨੂੰ ਸਮਝਣ ਲਈ ਸਾਨੂੰ ਦ੍ਰਿਸ਼ਟਾਂਤਾਂ ਵਿਚਲੀ ਤੀਸਰੀ ਕਹਾਣੀ ਵੱਲ ਜਾਣਾ ਪੈਣਾ ਹੈ
ਅਤੇ ਇੱਕ ਇੱਕ ਪੈਰਾ ਲੈ ਕੇ ਇਹ ਨਿਸ਼ਚਿੰਤ ਕਰਨਾ ਪੈਣਾ ਹੈ ਕਿ ਅਸੀਂ ਉਹ ਸਭ ਸਮਝਦੇ ਹੀ ਹਾਂ ਜੋ ਇਸ ਕਹਾਣੀ ਦੇ ਜੀਵਨ ਵਿੱਚ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਯਿਸੂ ਜੀ ਨੇ ਆਪਣੇ ਯਹੂਦੀ ਸਰੋਤਿਆਂ ਨੂੰ ਦੱਸਿਆ ਸੀ, ਇੱਕ ਪ੍ਰਚਾਰਕ ਅਤੇ ਪਰਮੇਸ਼ਰ ਦੀ ਬਾਣੀ ਨੂੰ ਸਿਖਾਉਣ ਵਾਲਾ ਹੋਣ ਵਿੱਚ ਇੱਕ ਰੋਚਕ ਗੱਲ ਇਹ ਹੈ ਕਿ ਸਾਡੀ ਪਹਿਲੀ ਚੁਣੌਤੀ ਇਸ ਦੀ ਭਾਲ ਕਰਨਾ ਹੁੰਦਾ ਹੈ ਕਿ ਜਦੋਂ ਇਸ ਨੂੰ ਲਿਖਿਆ ਗਿਆ ਸੀ ਉਦੋਂ ਇਸ ਅਸਲ ਅਰਥ ਕੀ ਹੋ ਰਿਹਾ ਸੀ। ਇਹ ਭਾਲੋ ਕਿ ਇਸ ਦੇ ਸੱਭਿਆਚਾਰ ਵਿੱਚ ਇਸ ਕਹਾਣੀ ਦਾ ਕੀ ਅਰਥ ਸੀ ਅਤੇ ਫਿਰ ਕਹਾਣੀ ਇਸ ਨੂੰ ਇਸ ਤਰ੍ਹਾਂ ਲਓ ਜਿਸ ਤਰ੍ਹਾਂ ਕਿ ਉਹਦਾ ਅਰਥ ਸੱਭਿਆਚਾਰ ਦੇ ਲੋਕਾਂ ਵਿੱਚ ਸੀ ਅਤੇ ਇਸ ਨੂੰ ਆਪਣੇ ਅੱਜ ਦੇ ਜ਼ਮਾਨੇ ਉੱਤੇ ਲਾਗੂ ਕਰੋ। ਆਓ ਸਭ ਤੋਂ ਪਹਿਲਾਂ ਅਸੀਂ ਲੂਕਾ ਦੀ ਅੰਜੀਲ 15 ਅਧਿਆਏ 11-12 ਐਤਾਂ ਦੇ ਵਚਨਾਂ ਵਿੱਚ ਪਿਤਾ ਦੀ ਦੀਨਤਾ ਬਾਰੇ ਗੌਰ ਕਰਦੇ ਹਾਂ। ਇੱਥੇ ਲਿਖਿਆ ਹੈ ਕਿ ਫਿਰ ਉਸ ਨੇ ਕਿਹਾ, ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਇਸ ਕਹਾਣੀ ਦਾ ਆਰੰਭ ਪਿਤਾ ਦੀ ਦੀਨਤਾ ਨਾਲ ਹੁੰਦਾ ਹੈ, ਕਿਉਂਕਿ ਹੇ ਪੁਰਖੋ ਅਤੇ ਇਸਤਰੀਓ, ਇਹ ਕਹਾਣੀ ਜ਼ਿਆਦਾਤਰ ਪੁੱਤਰ ਦੇ ਬਾਰੇ ਨਹੀਂ, ਇਹ ਤਾਂ ਪਿਤਾ ਦੇ ਬਾਰੇ ਹੈ। ਪਿਤਾ ਦੇ ਨਾਂ ਦਾ ਜ਼ਿਕਰ ਇਸ ਕਹਾਣੀ ਵਿੱਚ 12 ਵਾਰ ਆਉਂਦਾ ਹੈ ਅਤੇ ਭਾਵੇਂ ਉਸ ਦੇ 2 ਪੁੱਤਰ ਹੈ, ਫਿਰ ਵੀ ਕਹਾਣੀ ਦਾ ਆਰੰਭ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਮਨੁੱਖ ਦੇ 2 ਪੁੱਤਰ ਸਨ। ਜੇਕਰ ਆਪ ਇਸ ਕਹਾਣੀ ਨੂੰ ਧਿਆਨਪੂਰਵਕ ਪੜ੍ਹੋ ਤਦ ਆਪ ਜਾਣ ਲਓਗੇ ਕਿ ਇਸ ਕਹਾਣੀ ਦਾ ਨਾਇਕ ਪਿਤਾ ਹੀ ਹੈ। ਇਸ ਤਰ੍ਹਾਂ ਅਸੀਂ 11 ਅਤੇ 12 ਐਤਾਂ ਵਿੱਚ ਵਰਣਨ ਪਿਤਾ ਦੀ ਦੀਨਤਾ ਨਾਲ ਆਰੰਭ ਕਰਦੇ ਹਾਂ। ਕਹਾਣੀ ਦਾ ਆਰੰਭ ਇਸ ਤਰ੍ਹਾਂ ਹੈ, ਫਿਰ ਉਸ ਨੇ ਕਿਹਾ, ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਇਸ ਕਹਾਣੀ ਦੇ ਆਰੰਭ ਵਿੱਚ ਅਸੀਂ ਵੇਖਦੇ ਹਾਂ ਕਿ ਛੋਟਾ ਲੜਕਾ ਇਹ ਫੈਸਲਾ ਕਰ ਲੈਂਦਾ ਹੈ, ਹੁਣ ਘਰ ਵਿੱਚ ਕਿਸੇ ਦੇ ਇਖਤਿਆਰ ਦੇ ਅਧੀਨ ਨਹੀਂ ਰਹਿਣਾ ਚਾਹੁੰਦਾ। ਮੈਨੂੰ ਪੂਰੀ ਨਿਸ਼ਚਿੰਤਾ ਹੈ ਕਿ ਅੱਜ ਇਹੋ ਹੀ ਜਿਹੇ ਕਾਫੀ ਲੋਕ ਹਨ ਜੋ ਮਾਪਿਆਂ ਵਜੋਂ ਇਹੀ ਸਭ ਅਨੁਭਵ ਕਰ ਚੁੱਕੇ ਹਨ। ਜਦੋਂ ਉਹਨਾਂ ਦੇ ਬੱਚੇ ਇਹ ਹੱਦ ਤੱਕ ਪਹੁੰਚ ਜਾਂਦੇ ਹਨ ਜਿੱਥੇ ਕਿ ਉਹ ਸੋਚਦੇ ਹਨ ਕਿ ਉਹ ਆਪਣੇ ਹੀ ਤਰੀਕੇ ਅਨੁਸਾਰ ਰਹਿ ਸਕਦੇ ਹਨ, ਉਹ ਤੁਹਾਡੇ ਬਣਾਏ ਹੋਏ ਨਿਯਮਾਂ ਦੇ ਅਧੀਨ ਨਹੀਂ ਜਿਉਣਾ ਚਾਹੁੰਦੇ। ਉਹ ਇੱਕ ਵੱਖਰੇ ਮਕਾਨ ਵਿੱਚ ਜਾ ਕੇ ਅਲੱਗ ਰਹਿਣਾ ਚਾਹੁੰਦੇ ਹਨ। ਉਹ ਜਾ ਕੇ ਆਪਣੇ ਹੀ ਕਾਰਜ ਕਰਨਾ ਚਾਹੁੰਦੇ ਹਨ। ਜੀ ਹਾਂ, ਇਹ ਇਸੇ ਦਾ ਹੀ ਇੱਕ ਦ੍ਰਿਸ਼ਟਾਂਤ ਸੀ। ਉਸ ਨੇ ਆਖਿਆ, ਪਿਤਾ, ਮੈਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦਾ, ਮੈਂ ਚਲੇ ਜਾਣਾ ਚਾਹੁੰਦਾ ਹਾਂ ਅਤੇ ਮੈਂ ਆਪਣਾ ਖੁਦ ਦਾ ਮਾਲਕ ਖੁਦ ਹੀ ਹੋਣਾ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਵਿਰਾਸਤ ਦੇਵੋ। ਯਹੂਦੀਆਂ ਦੀ ਵਿਵਸਥਾ ਵਿੱਚ ਦੱਸਿਆ ਗਿਆ ਸੀ ਕਿ ਜਦੋਂ ਕਿਸੇ ਪਰਿਵਾਰ ਦੇ 2 ਪੁੱਤਰ ਹੋਣ ਤਦ ਵਿਰਾਸਤ ਦੀ ਵੰਡ ਇਸ ਤਰ੍ਹਾਂ ਹੁੰਦੀ ਸੀ, ਸਭ ਤੋਂ ਵੱਡੇ ਪੁੱਤਰ ਨੂੰ ਵਿਰਾਸਤ ਦਾ 2/3 ਹਿੱਸਾ ਮਿਲਦਾ ਸੀ ਅਤੇ ਛੋਟੇ ਪੁੱਤਰ ਨੂੰ 1/3 ਹਿੱਸਾ ਮਿਲਦਾ ਸੀ। ਪਰ ਉਸ ਜ਼ਮਾਨੇ ਦੇ ਸੱਭਿਆਚਾਰ ਦੇ ਅਨੁਸਾਰ ਛੋਟਾ ਪੁੱਤਰ ਕੁਝ ਇਹੋ ਜਿਹਾ ਆਖ ਰਿਹਾ ਸੀ ਜੋ ਕਿ ਉਸ ਤੋਂ ਬਹੁਤ ਵੱਧ ਕੇ ਹੈ ਜੋ ਆਪ ਇੱਥੇ ਪੜ੍ਹਦੇ ਹੋ। ਉਹ ਤਾਂ ਆਪਣੇ ਪਿਤਾ ਨੂੰ ਆਖ ਰਿਹਾ ਸੀ, ਪਿਤਾ ਜੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮਰ ਜਾਓ ਕਿਉਂਕਿ ਮੈਂ ਉਸ ਨੂੰ ਲੈ ਲੈਣਾ ਚਾਹੁੰਦਾ ਹਾਂ ਜੋ ਸਿਰਫ ਆਪ ਦੀ ਮੌਤ ਤੋਂ ਬਾਅਦ ਹੀ ਮੇਰਾ ਬਣੇਗਾ। ਉਹ ਆਪਣੇ ਪਿਤਾ ਦਾ ਅਪਮਾਨ ਕਰ ਰਿਹਾ ਸੀ। ਉਹ ਆਪਣੇ ਪਿਤਾ ਨੂੰ ਨੀਵਾਂ ਦਿਖਾ ਰਿਹਾ ਸੀ। ਉਹ ਆਪਣੇ ਪਿਤਾ ਨੂੰ ਆਖ ਰਿਹਾ ਸੀ, ਮੈਨੂੰ ਉਹ ਦੇ ਜੋ ਤੇਰੀ ਮੌਤ ਤੋਂ ਬਾਅਦ ਹੀ ਮੇਰਾ ਹੋਵੇਗਾ। ਦੂਸਰੇ ਸ਼ਬਦਾਂ ਵਿੱਚ, ਪਿਤਾ, ਮੈਂ ਚਾਹੁੰਦਾ ਹਾਂ ਕਿ ਤੂੰ ਮਰ ਜਾਵੇਂ। ਜੇਕਰ ਇਹ ਪਿਤਾ ਇੱਕ ਮੱਧ ਪੂਰਬੀ ਪਿਤਾ ਵਰਗਾ ਹੁੰਦਾ ਤਦ ਉਹ ਆਪਣੇ ਲੜਕੇ ਦੇ ਮੂੰਹ ਤੇ ਚਪੇੜ ਮਾਰ ਦਿੰਦਾ ਅਤੇ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦਾ। ਪਰ ਇਹ ਤਾਂ ਇੱਕ ਕਿਰਪਾਲੂ ਪਿਤਾ ਸੀ ਅਤੇ ਉਸ ਨੇ ਆਪਣੇ ਪੁੱਤਰ ਉੱਤੇ ਕਿਰਪਾ ਕੀਤੀ ਅਤੇ ਇਹ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਉਸ ਪਿਤਾ ਨੇ ਆਪਣੇ ਪੁੱਤਰ ਦੀ ਬੇਨਤੀ ਮਨਜ਼ੂਰ ਕਰ ਲਈ। ਜਿਸ ਦੀਨਤਾ ਨੂੰ ਉਸ ਪਿਤਾ ਨੂੰ ਬਰਦਾਸ਼ਤ ਕਰਨਾ ਪਿਆ ਸੀ ਕਿ ਉਹ ਆਪਣੇ ਪੁੱਤਰ ਦੀ ਮੰਗ ਨੂੰ ਪੂਰਾ ਕਰੇ, ਉਸ ਨੇ ਉਦੋਂ ਤੱਕ ਸਮਝਿਆ ਨਹੀਂ ਜਾ ਸਕਦਾ ਜਦੋਂ ਤੱਕ ਅਸੀਂ ਕੁਝ ਹੋਰ ਗਹਿਰਾਈ ਨਾਲ ਇਸ ਦੀ ਔਖ ਨਹੀਂ ਕਰ ਲੈਂਦੇ। ਇਹ ਤਾਂ ਇੱਕ ਬਹੁਤ ਹੀ ਧਨੀ ਪਿਤਾ ਹੈ। ਉਹ ਤਾਂ ਇੱਕ ਜ਼ਿਮੀਂਦਾਰ ਹੈ। ਉਸ ਕੋਲ ਪਲੇ ਹੋਏ ਬੱਚੇ ਅਤੇ ਬੱਕਰੀਆਂ ਹਨ। ਅਸੀਂ ਇਹ ਸਭ ਇਸ ਕਹਾਣੀ ਤੋਂ ਹੀ ਜਾਣ ਲੈਂਦੇ ਹਾਂ। ਉਸ ਕੋਲ ਕੰਮ ਕਰਨ ਨੂੰ ਨੌਕਰ ਅਤੇ ਗੁਲਾਮ ਸਨ। ਉਹ ਤਾਂ ਝਟਪਟ ਹੀ ਇੱਕ ਵੱਡੀ ਦਾਵਤ ਦਾ ਇੰਤਜ਼ਾਮ ਕਰਨ ਲੈਣ ਦੀ ਯੋਗਤਾ ਰੱਖਦਾ ਸੀ। ਇਹ ਤਾਂ ਬਹੁਤ ਉੱਚਾ ਸੁੱਚਾ ਪਰਿਵਾਰ ਹੈ ਅਤੇ ਇਹ ਤਾਂ ਉਸ ਸਮਾਜ ਵਿੱਚ ਇੱਕ ਬਹੁਤ ਹੀ ਜਾਣਿਆ ਪਛਾਣਿਆ ਅਤੇ ਆਦਰ ਪਾਇਆ ਹੋਇਆ ਮਨੁੱਖ ਹੈ। ਉਸ ਅਜਾੜੂ ਪੁੱਤਰ ਦੇ ਆਪਣੀ ਵਿਰਾਸਤ ਨੂੰ ਪ੍ਰਾਪਤ ਕਰਨ ਵਾਸਤੇ ਉਸ ਦਾ ਜੋ ਉਚਿਤ ਭਾਗ ਉਸ ਜ਼ਮੀਨ ਦਾ ਬਣਦਾ ਸੀ, ਉਸ ਨੂੰ ਉਸ ਦਾ ਹਿਸਾਬ ਖਤਮ ਕਰਨਾ ਪੈਣਾ ਸੀ, ਕਿਉਂਕਿ ਉਸ ਜ਼ਮਾਨੇ ਵਿੱਚ ਉਹ ਆਪਣੀ ਧਨ ਸੰਪੱਤੀ ਬੈਂਕ ਦੇ ਜਮ੍ਹਾਂ ਖਾਤਿਆਂ ਵਿੱਚ ਨਹੀਂ ਸੀ ਰੱਖਦੇ। ਉਹਨਾਂ ਦੀ ਧਨ ਸੰਪੱਤੀ ਉਹਨਾਂ ਦੀ ਖੇਤੀਬਾੜੀ ਅਤੇ ਜ਼ਮੀਨ ਦੀਆਂ ਮਾਲੀ ਮਤਾਂ ਵਿੱਚ ਹੀ ਹੁੰਦੀ ਸੀ। ਇਸ ਕਰਕੇ ਇਸ ਮਨੁੱਖ ਨੂੰ ਆਪਣੇ ਨੂੰ ਉਸ ਦੀ ਵਿਰਾਸਤ ਦੇਣ ਲਈ ਜੋ ਕੁਝ ਕਰਨਾ ਪੈਣਾ ਸੀ ਉਹ ਇਹ ਸੀ ਕਿ ਉਸ ਨੂੰ
ਉਹ ਜ਼ਮੀਨ ਵੇਚਣੀ ਪੈਣੀ ਸੀ ਜੋ ਉਸ ਪਰਿਵਾਰ ਦੀ ਮਲਕੀਅਤ ਸੀ। ਹੁਣ ਇੱਕ ਯਹੂਦੀ ਪਿਤਾ ਲਈ ਆਪਣੀ ਮੌਤ ਤੋਂ ਪਹਿਲਾਂ ਆਪਣੀ ਪਰਿਵਾਰਿਕ ਵਿਰਾਸਤ ਆਪਣੇ ਬੱਚਿਆਂ ਵਿੱਚ ਵੰਡਣੀ ਇਹ ਤਾਂ ਆਮ ਹੀ ਸੀ, ਪਰ ਆਪਣੀ ਮੌਤ ਤੋਂ ਪਹਿਲਾਂ ਆਪਣੀ ਜ਼ਮੀਨ ਨੂੰ ਵੇਚਣਾ ਇਹ ਯਹੂਦੀ ਵਿਵਸਥਾ ਦੇ ਵਿਰੋਧ ਸੀ। ਪਰ ਇਸ ਨਾਲ ਇਸ ਨੌਜਵਾਨ ਮਨੁੱਖ ਨੂੰ ਕੋਈ ਫਰਕ ਨਹੀਂ ਸੀ ਪਿਆ। ਉਸ ਨੇ ਜੋ ਚਾਹਾ ਸੋ ਚਾਹਾ ਅਤੇ ਉਸ ਨੇ ਹੁਣੇ ਹੀ ਚਾਹਿਆ ਸੀ, ਅਤੇ ਇਸ ਤਰ੍ਹਾਂ ਉਸ ਦੀ ਜ਼ਮੀਨ ਦੇ ਵੇਚਣ ਨਾਲ ਜੋ ਨਿੱਜੀ ਫੁੱਟ ਉਸ ਪਿਤਾ ਦੇ ਘਰਾਣੇ ਦੇ ਅੰਦਰ ਸੀ ਉਸ ਦਾ ਹੁਣ ਆਮ ਲੋਕਾਂ ਨੂੰ ਪਤਾ ਲੱਗ ਗਿਆ ਸੀ। ਹੁਣ ਸਮਾਜ ਦੇ ਹਰੇਕ ਵਿਅਕਤੀ ਨੂੰ ਜਾਣ ਲਿਆ ਸੀ ਕਿ ਕੁਝ ਹੋ ਰਿਹਾ ਸੀ। ਪੂਰਾ ਪਰਿਵਾਰ ਸ਼ਰਮ ਅਤੇ ਨਿਰਾਸ਼ਾ ਵਿੱਚ ਡੁੱਬ ਜਾਂਦਾ ਸੀ। ਇਸ ਨੁਕਸਾਨ ਉੱਤੇ ਕਾਬੂ ਪਾਉਣ ਲਈ ਕੋਈ ਸਮਾਂ ਨਹੀਂ ਸੀ ਮਿਲਿਆ, ਕਿਉਂਕਿ ਬਾਈਬਲ ਬਾਣੀ ਆਖਦੀ ਹੈ ਕਿ ਕੁਝ ਹੀ ਦਿਨਾਂ ਵਿੱਚ ਉਹ ਰਵਾਨਾ ਹੋ ਗਿਆ ਸੀ। ਇਸ ਤਰ੍ਹਾਂ ਹੀ ਇਹ ਸਭ ਕੁਝ ਵਰਪਿਆ ਸੀ। ਇਹ ਪਰਿਵਾਰ ਜਿਸ ਨੇ ਪਰਿਵਾਰਿਕ ਤੌਰ ਤੇ ਵੱਡਾ ਆਨੰਦ ਮਨਾਇਆ ਸੀ, ਹੁਣ ਅਚਾਨਕ ਹੀ ਸਭ ਕੁਝ ਉਲਟ-ਪੁਲਟ ਹੋ ਗਿਆ। ਉਹਨਾਂ ਦੀ ਜਾਇਦਾਦ ਵੇਚੀ ਜਾ ਚੁੱਕੀ ਹੈ। ਸਭ ਤੋਂ ਛੋਟਾ ਵਿਅਕਤੀ ਹੁਣ ਚਲਾ ਗਿਆ ਹੈ। ਉਸ ਨੇ ਆਪਣੀ ਵਿਰਾਸਤ ਦਾ ਭਾਗ ਲੈ ਲਿਆ ਹੈ ਅਤੇ ਉਹ ਦੂਰ ਦੇਸ਼ ਨੂੰ ਚਲਾ ਗਿਆ ਹੈ। ਪਰ ਜੋ ਕੁਝ ਆਮ ਵੇਖਣ ਵਿੱਚ ਆ ਰਿਹਾ ਹੈ, ਇਸ ਨਾਲੋਂ ਹੋਰ ਵੀ ਬਹੁਤ ਵੱਧ ਕੇ ਇਸ ਕਹਾਣੀ ਵਿੱਚ ਛੁਪਿਆ ਹੋਇਆ ਭੇਤ ਹੈ। ਇੱਕ ਪ੍ਰਸਿੱਧ ਲੇਖਕ ਕੈਨਥ ਵੈਲੀ ਇੱਕ ਕਿਤਾਬ ਵਿੱਚ ਜਿਸ ਦਾ ਨਾਮ ਦ ਕ੍ਰੋਸ ਐਂਡ ਦ ਪ੍ਰੋਡੀਕਲ ਸਾਨੂੰ ਯਹੂਦੀ ਸੱਭਿਆਚਾਰ ਦੀ ਹੋਰ ਵੀ ਗਹਿਰਾਈ ਵਿੱਚ ਲੈ ਜਾਂਦਾ ਹੈ, ਅਤੇ ਉਹ ਸਾਨੂੰ ਦੱਸਦਾ ਹੈ ਕਿ ਪਹਿਲੀ ਸਦੀ ਦੇ ਯਹੂਦੀ ਸੱਭਿਆਚਾਰ ਵਿੱਚ ਜੇਕਰ ਇੱਕ ਯਹੂਦੀ ਲੜਕਾ ਆਪਣੀ ਵਿਰਾਸਤ ਸਮੇਤ ਆਪਣੇ ਘਰਾਣੇ ਨੂੰ ਛੱਡ ਜਾਂਦਾ ਹੈ ਅਤੇ ਉਹ ਪੈਸਾ ਗੈਰ ਯਹੂਦੀਆਂ ਕੋਲ ਗਵਾ ਦਿੰਦਾ ਹੈ, ਤਦ ਉਸ ਨੂੰ ਫਿਰ ਆਪਣੇ ਘਰ ਜਾਂ ਪਿੰਡ ਵਿੱਚ ਵੰਡ ਨਹੀਂ ਸੀ ਦਿੱਤਾ ਜਾਂਦਾ। ਜੇਕਰ ਇਸ ਤਰ੍ਹਾਂ ਦਾ ਕੰਮ ਕਰਦੇ ਵਾਪਸ ਆਉਣਾ ਹੋਵੇ ਤਦ ਉਸ ਨੂੰ ਇੱਕ ਰਸਮ ਨੂੰ ਪੂਰਾ ਕਰਨਾ ਪੈਂਦਾ ਸੀ, ਜਿਸ ਨੂੰ ਕੈਜਾ ਕਰਮਨੀ ਆਖਿਆ ਜਾਂਦਾ ਸੀ। ਉਹ ਆਪਣੇ ਸਮਾਜ ਨੂੰ ਇਕੱਠਾ ਕਰਨਗੇ ਅਤੇ ਇੱਕ ਕੱਦੂ ਨੂੰ ਲੈਣਗੇ ਅਤੇ ਉਸ ਕੱਦੂ ਦੇ ਅੰਦਰ ਦਾ ਹਿੱਸਾ ਬਾਹਰ ਕੱਢ ਕੇ ਖਿਲਾਣਗੇ ਅਤੇ ਇਸ ਤਰ੍ਹਾਂ ਆਖਣਗੇ, ਫਲਾਨਾ ਫਲਾਨਾ ਉਸ ਦੇ ਘਰਾਣੇ ਵਿੱਚ ਛੇਕਿਆ ਗਿਆ ਹੈ। ਅਤੇ ਇਹ ਆਖਦੇ ਵਕਤ ਉਹ ਉਸ ਨੌਜਵਾਨ ਵਿਅਕਤੀ ਵੱਲ ਇਸ਼ਾਰਾ ਕਰਨਗੇ ਜਿਸ ਨੇ ਆਪਣੀ ਸਾਰੀ ਵਿਰਾਸਤ ਗਵਾ ਲਈ ਹੈ। ਜਿਸ ਤਰ੍ਹਾਂ ਕਿ ਆਪ ਕਦੇ-ਕਦੇ ਫਿਲਮਾਂ ਵਿੱਚ ਇਸ ਤਰ੍ਹਾਂ ਦੀ ਰੀਤ ਨੂੰ ਪੂਰਾ ਕਰਦੇ ਆਪ ਵੇਖਦੇ ਹੋ। ਉਸ ਨੂੰ ਉਸ ਦੇ ਸਮਾਜ ਵਿੱਚੋਂ ਛੇਕਿਆ ਜਾਵੇਗਾ, ਭਾਵੇਂ ਇਹ ਛੇਕਣ ਨਾਲੋਂ ਵੀ ਬਹੁਤ ਵੱਧ ਕੇ ਸੀ, ਕਿਉਂਕਿ ਛੇਕਣ ਦੀ ਰੀਤ ਵਿੱਚ ਘੱਟੋ ਘੱਟ ਛੇਕਿਆ ਗਿਆ ਵਿਅਕਤੀ ਘਰ ਦੀ ਨੁੱਕਰ ਵਿੱਚ ਇੱਕ ਕੁਰਸੀ ਉੱਤੇ ਬੈਠ ਸਕਦਾ ਸੀ, ਪਰ ਇਹ ਵਿਅਕਤੀ ਤਾਂ ਉਸ ਦੇ ਘਰ ਅਤੇ ਉਸ ਦੇ ਘਰਾਣੇ ਦਾ ਪੂਰੀ ਤਰ੍ਹਾਂ ਹੱਕ ਖੋਹ ਲਿਆ ਜਾਂਦਾ ਸੀ। ਇਸ ਤਰ੍ਹਾਂ ਜੇਕਰ ਉਹ ਜਾਊ ਆਪਣੇ ਸਾਰੇ ਸਰੋਤੇ ਆਪਣੀ ਸਾਰੀ ਵਿਰਾਸਤ ਨੂੰ ਲੈ ਕੇ ਕਿਸੇ ਗੈਰ ਯਹੂਦੀ ਦੇਸ਼ ਨੂੰ ਜਾਂਦਾ ਹੈ, ਤਦ ਉਹ ਬਹੁਤ ਵੱਡਾ ਖਤਰਾ ਮੁੱਲ ਲੈ ਰਿਹਾ ਹੈ, ਕਿਉਂਕਿ ਉੱਥੇ ਰਹਿੰਦਿਆਂ ਜੇਕਰ ਉਹ ਉਸ ਧਨ ਨੂੰ ਉੱਥੇ ਗਵਾ ਲੈਂਦਾ ਤਦ ਉਹ ਉਸ ਘਰਾਣੇ ਦੇ ਪੁੱਤਰ ਵਜੋਂ ਘਰ ਵਾਪਸ ਨਹੀਂ ਆ ਸਕਦਾ। ਮੈਂ ਇੱਥੇ ਇਹ ਆਖਣ ਲਈ ਇੱਕ ਪਲ ਜਰਾ ਰੁਕਦਾ ਹਾਂ। ਕੀ ਆਪ ਨੇ ਜਾਣਿਆ ਹੈ ਕਿ ਕਦੇ-ਕਦੇ ਪਰਮੇਸ਼ਰ ਦੀ ਕਿਰਪਾ ਸਾਨੂੰ ਕੁਝ ਬਹੁਤ ਹੀ ਮੋੜ ਕੰਮ ਕਰਨ ਲਈ ਆਜ਼ਾਦ ਕਰ ਛੱਡ ਦਿੰਦਾ ਹੈ? ਕੀ ਆਪ ਜਾਣਦੇ ਹੋ, ਤੁਹਾਨੂੰ ਪਤਾ ਹੈ ਕਿ ਪਰਮੇਸ਼ਰ ਹਮੇਸ਼ਾ ਹੀ ਸਾਨੂੰ ਨਹੀਂ ਰੋਕਦਾ ਜਦੋਂ ਅਸੀਂ ਦੂਰ ਦੇਸ਼ ਨੂੰ ਜਾਣ ਲਈ ਘਰੋਂ ਬਾਹਰ ਨਿਕਲਦੇ ਹਾਂ। ਕੀ ਆਪ ਨੇ ਇਸ ਬਾਰੇ ਗੌਰ ਕੀਤਾ ਹੈ? ਕਦੇ-ਕਦੇ ਤਾਂ ਪਰਮੇਸ਼ਰ ਬਸ ਇਹੋ ਹੀ ਆਖਦਾ ਹੈ, ਠੀਕ ਹੈ, ਇਸੇ ਤਰ੍ਹਾਂ ਕਰ ਲਓ, ਇਸ ਨੂੰ ਵੰਡ ਲਓ। ਜੇਕਰ ਆਪ ਇਸੇ ਤਰ੍ਹਾਂ ਸੋਚਦੇ ਹੋ ਤਦ ਮੈਂ ਤੁਹਾਨੂੰ ਉਹੀ ਹੀ ਕਰਨ ਦਿਆਂਗਾ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ। ਪਰਮੇਸ਼ਰ ਕਦੇ-ਕਦੇ ਸਾਨੂੰ ਉਸ ਦੇ ਖੁਦ ਦੇ ਪਿਆਰ ਦਾ ਤਿਰਸਕਾਰ ਕਰਨ ਦੀ ਵੀ ਖੋਲ ਦੇ ਦਿੰਦਾ ਹੈ, ਤਾਂ ਕਿ ਅਸੀਂ ਕਠਿਨ ਤਰੀਕੇ ਨਾਲ ਇਹ ਸਿੱਖ ਸਕੀਏ ਕਿ ਸਾਨੂੰ ਉਸ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ। ਜੇਕਰ ਅੱਜ ਮੈਂ ਆਪ ਤੋਂ ਇਹ ਪੁੱਛਾਂ ਕਿ ਤੁਸੀਂ ਇਸ ਦੀ ਗਵਾਹੀ ਦਿਓ ਤਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਆਪਣਾ ਸਿਰ ਹਾਂ ਵਿੱਚ ਹਿਲਾ ਦੇਣਗੇ। ਤੁਸੀਂ ਦੂਰ ਦੇਸ਼ ਨੂੰ ਜਾਂਦੇ ਹੋਏ ਤੁਸੀਂ ਉਸ ਦੂਰ ਦੇਸ਼ ਦੇ ਰਾਹ ਪੈ ਰਹੇ ਹੋ ਜਿੱਥੇ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਨੇ ਆਪਣੇ ਆਪ ਨੂੰ ਉਦੋਂ ਤੱਕ ਜਾਣ ਦਿੱਤਾ ਸੀ ਜਦੋਂ ਤੱਕ ਕਿ ਆਪ ਨੇ ਇਹ ਨਹੀਂ ਸੀ ਜਾਣ ਲਿਆ ਕਿ ਉਸ ਦੀ ਹਜ਼ੂਰੀ ਤੋਂ ਬਗੈਰ ਤੁਸੀਂ ਕਿੰਨੇ ਖਾਲੀ ਰਹਿ ਰਹੇ ਹੋ। ਪਾਲੂਸ ਰਸੂਲ ਅਤੇ ਜੌਨ ਨਿਊਟਨ ਦੋਨਾਂ ਨੇ ਇਸ ਤਰ੍ਹਾਂ ਦਾ ਅਨੁਭਵ ਕੀਤਾ ਸੀ। ਜੌਨ ਨਿਊਟਨ ਨਿਖੇਧੀਕਰਨ ਵਾਲਾ ਇੱਕ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਘਰੋਂ ਦੂਰ ਚਲਾ ਜਾਂਦਾ ਹੈ, ਜੋ ਉਸ ਲਈ ਦੂਰ ਦੇਸ਼ ਬਣ ਜਾਂਦਾ ਹੈ, ਅਤੇ ਠੀਕ ਉਸੇ ਤਰ੍ਹਾਂ ਉਜਾੜੂ ਪੁੱਤਰ ਦੀ ਤਰ੍ਹਾਂ ਉਸ ਨੂੰ ਚੂਰਾ ਪੂਰਾ ਖਵਾਇਆ ਜਾਂਦਾ ਜੋ ਪਸ਼ੂਆਂ ਵਾਸਤੇ ਹੁੰਦਾ ਸੀ। ਇਹ ਉਦੋਂ ਤੱਕ ਹੁੰਦਾ ਸੀ ਜਦੋਂ ਤੱਕ ਇੱਕ ਦਿਨ ਪਰਮੇਸ਼ਰ ਨੇ ਉਸ ਪੁਰਾਣੇ ਅਫਰੀਕੀ ਨਿਖੇਧੀਕਰਨ ਵਾਲੇ ਨੂੰ ਪਕੜ ਨਹੀਂ ਸੀ ਲਿਆ। ਇਸ ਤੋਂ ਬਾਅਦ ਲੂਕਾ ਦੀ ਅੰਜੀਲ 15 ਅਧਿਆਇ
13 ਵਚਨ ਤੋਂ ਲੈ ਕੇ 16 ਐਤਾਂ ਵਿੱਚ ਪਿਤਾ ਤੋਂ ਵੱਖਰੇ ਬੰਦੇ ਦਾ ਜ਼ਿਕਰ ਹੈ। ਜੀ ਹਾਂ, ਇਹ ਪਿਤਾ ਨੂੰ ਨੀਵਾਂ ਵਿਖਾਉਣਾ ਹੀ ਹੈ। 13-14 ਐਤਾਂ ਵਿੱਚ ਪਿਤਾ ਤੋਂ ਵੱਖਰੇ ਹੋਣ ਬਾਰੇ ਗੌਰ ਕਰੋ। ਲੂਕਾ 15 ਅਧਿਆਇ 13 ਵਚਨ ਤੋਂ ਲੈ ਕੇ 16 ਵਚਨ ਇਸ ਤਰ੍ਹਾਂ ਬਿਆਨ ਕਰਦੇ ਹਨ, ਛੋਟਾ ਪੁੱਤਰ ਸਭੇ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਥੇ ਆਪਣਾ ਮਾਲ ਬਦਚਲਣੀ ਨਾਲ ਉਡਾ ਦਿੰਦਾ ਹੈ। ਜਾਂ ਉਹ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹਨੂੰ ਆਖਿਆ, ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ, ਔਰ ਉਸ ਨੇ ਉਹਨਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿੰਨੇ ਉਹਨੂੰ ਕੁਝ ਨਾ ਦਿੱਤਾ। ਹੁਣ ਲੂਕਾ ਸਾਨੂੰ ਦੱਸਦਾ ਹੈ ਕਿ ਉਸ ਅਜਾੜੂ ਪੁੱਤਰ ਨੇ ਸਭੇ ਕੁਝ ਇਕੱਠਾ ਕਰ ਲਿਆ, ਜਿਸ ਦਾ ਅਰਥ ਹੈ ਕਿ ਉਸ ਨੇ ਆਪਣੀ ਵਿਰਾਸਤ ਵੰਡ ਕੇ ਪੈਸਾ ਵਟ ਲਿਆ। ਹੁਣ ਚੱਲ ਪਿਆ ਕਿੱਥੇ ਨੂੰ? ਇਸ ਨੂੰ ਬਾਈਬਲ ਬਾਣੀ ਦੂਰ ਦੇਸ਼ ਆਖਦੀ ਹੈ। ਕਿਰਪਾ ਕਰਕੇ ਗੌਰ ਕਰੋ ਕਿ ਇਹ ਤਾਂ ਕਿਸੇ ਭੂਗੋਲਿਕ ਸਥਾਨ ਤੋਂ ਬਹੁਤ ਵੱਧ ਕੇ ਹੈ। ਇਹ ਤਾਂ ਉਸੇ ਦੀ ਵਿਆਖਿਆ ਹੈ ਜਿਸ ਦਾ ਅਰਥ ਪਰਮੇਸ਼ਰ ਅਤੇ ਉਸ ਦੀ ਕਿਰਪਾ ਤੋਂ ਦੂਰ ਹੋਣਾ ਹੁੰਦਾ ਹੈ। ਬਚਨ ਦੇ ਇਸ ਭਾਗ ਵਿੱਚ ਸਾਨੂੰ 2 ਵਾਰ ਦੱਸਿਆ ਗਿਆ ਹੈ ਕਿ ਜਦੋਂ ਉਹ ਅਜਾੜੂ ਪੁੱਤਰ ਦੂਰ ਦੇਸ਼ ਵਿੱਚ ਸੀ ਤਦ ਉਸ ਨੇ ਕੀ ਕੀਤਾ ਸੀ। ਉਸ ਦੇ ਵੱਡੇ ਭਰਾ ਨੇ ਆਖਿਆ ਸੀ, ਉਸ ਨੇ ਆਪਣਾ ਮਾਲ ਵੇਸ਼ਵਿਆਂ ਨਾਲ ਬਦਚਲਣੀ ਵਿੱਚ ਖਰਚ ਕਰ ਦਿੱਤਾ ਸੀ। ਅਸੀਂ ਨਹੀਂ ਜਾਣਦੇ ਕਿ ਇਹ ਸੋਚ ਸਹੀ ਹੈ ਜਾਂ ਨਹੀਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਉਹਦਾ ਵੱਡਾ ਭਰਾ ਘਰ ਆਇਆ ਸੀ ਤਦ ਉਹ ਬਹੁਤ ਗੁੱਸੇ ਵਿੱਚ ਸੀ। ਹੋ ਸਕਦਾ ਹੈ ਉਸ ਨੇ ਆਪਣੇ ਕੋਲੋਂ ਹੀ ਜੋੜਿਆ ਹੋਵੇ, ਪਰ ਇਸ ਤਰ੍ਹਾਂ ਵਰਤਣਾ ਕੋਈ ਅਣਹੋਣੀ ਗੱਲ ਨਹੀਂ ਹੈ। 13 ਐਤ ਦੇ ਵਚਨ ਸਾਨੂੰ ਦੱਸਦੇ ਹਨ ਕਿ ਉਸ ਨੇ ਆਪਣਾ ਮਾਲ ਬਦਚਲਣੀ ਨਾਲ ਉਡਾ ਦਿੱਤਾ। ਦੂਸਰੇ ਸ਼ਬਦਾਂ ਵਿੱਚ ਉਹ ਆਪਣਾ ਬੋਰਾ ਪੈਸੇ ਨਾਲ ਭਰ ਕੇ ਦੂਰ ਦੇਸ਼ ਨੂੰ ਚਲਾ ਗਿਆ ਅਤੇ ਜਦੋਂ ਉਹ ਉੱਥੇ ਪਹੁੰਚਿਆ ਤਦ ਉਸ ਨੇ ਆਪਣਾ ਪੈਸਾ ਐਸ਼ੋ ਆਰਾਮ ਕਰਨ ਲਈ ਇਸਤੇਮਾਲ ਕੀਤਾ ਸੀ। ਇਹ ਤਾਂ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਫਲੋਰੀਡਾ ਦੇ ਅਸਥੇਰ ਦੀਆਂ ਛੁੱਟੀਆਂ ਵਿੱਚ ਜਾਣ ਲਈ ਗੱਲ ਸੀ। ਸਿਰਫ ਇੰਨਾ ਹੀ ਫਰਕ ਹੈ ਕਿ ਇਸ ਨੂੰ ਕਾਫੀ ਸਮਾਂ ਲੱਗ ਗਿਆ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸ ਨੇ ਆਪਣਾ ਮਾਲ ਧਨ ਉੱਥੇ ਦੇ ਲੋਕਾਂ ਨਾਲ ਦੋਸਤੀਆਂ ਪਾਉਣਾ ਅਤੇ ਉਹਨਾਂ ਨਾਲ ਰਹਿਣਾ ਹੀ ਆਪਣੇ ਪੈਸੇ ਨੂੰ ਬਦਚਲਣੀ ਨਾਲ ਗਵਾ ਦਿੱਤਾ ਸੀ। ਉਸ ਨੇ ਜੋਸ਼ ਅਤੇ ਆਨੰਦ ਵਿੱਚ ਵੱਡੇ ਜੈਕਾਰੇ ਬੁਲਾਏ ਸਨ। ਸ਼ਾਇਦ ਸ਼ਰਾਬ ਪਾਣੀ ਦੀਆਂ ਤਰ੍ਹਾਂ ਬਹਾਈ ਗਈ ਸੀ ਅਤੇ ਉਸ ਨੇ ਆਪਣਾ ਸਾਰਾ ਪੈਸਾ ਖਰਚ ਕਰ ਲਿਆ ਸੀ। ਅਤੇ ਫਿਰ ਜਦੋਂ ਉਸ ਦਾ ਸਾਰਾ ਪੈਸਾ ਖਰਚ ਹੋ ਚੁੱਕਾ ਸੀ ਤਦ ਜਰਾ ਕਿਆਫਾ ਲਗਾਓ ਕਿ ਕੀ ਹੋਇਆ ਹੋਵੇਗਾ। ਉਸ ਦੇ ਦੋਸਤ ਉਸ ਦੇ ਕੋਲ ਨਹੀਂ ਸੀ। ਜਦੋਂ ਪੈਸਾ ਚਲਾ ਗਿਆ ਤਦ ਸਾਰੇ ਦੋਸਤ ਵੀ ਜਾਂਦੇ ਰਹੇ ਸੀ। ਇਸ ਦੀ ਗਵਾਹੀ ਲੈ ਸਕਦੇ ਹਾਂ। ਬਾਈਬਲ ਦੇ ਵਚਨ ਆਖਦੇ ਹਨ, ਠੀਕ ਉਸੇ ਪਲ ਜਦੋਂ ਉਹਦਾ ਸਾਰਾ ਪੈਸਾ ਖਰਚ ਹੋ ਚੁੱਕਾ ਸੀ ਅਤੇ ਸਭ ਉਸ ਨੂੰ ਛੱਡ ਗਏ ਸਨ, ਉਸ ਦੇਸ਼ ਵਿੱਚ ਕਾਲ ਪੈ ਗਿਆ, ਇੱਕ ਵੱਡਾ ਅਕਾਲ। ਇਸ ਕਰਕੇ ਇਸ ਲੜਕੇ ਕੋਲ ਹੁਣ ਕੋਈ ਪੈਸਾ ਨਹੀਂ ਰਿਹਾ, ਨਾ ਹੀ ਕੁਝ ਖਾਣ ਲਈ ਰਿਹਾ। ਆਪ ਜਰਾ ਗੌਰ ਕਰੋ, ਇਸ ਤਰ੍ਹਾਂ ਠੀਕ ਤਹਿ ਦੀ ਹੇਠ ਤੱਕ ਤੁਸੀਂ ਪਹੁੰਚ ਸਕਦੇ ਹੋ, ਹੋਰ ਜ਼ਿਆਦਾ ਨੀਵੇਂ ਨਹੀਂ ਜਾ ਸਕਦੇ। ਵੇਖੋ, ਥੋੜਾ ਹੋਰ ਨੀਵਾਂ ਜਾਣਾ ਹੀ ਭਲਾ ਹੈ, ਪਰ ਉਹ ਸੋਚਦਾ ਹੈ ਕਿ ਉਹ ਤਾਂ ਤਹਿ ਦੇ ਅੰਤ ਤੱਕ ਪਹੁੰਚ ਚੁੱਕਾ ਹੈ। ਹੁਣ ਉਸ ਦੀ ਇੱਕੋ ਹੀ ਇੱਕ ਆਸ, ਜਰਾ ਗੌਰ ਕਰੋ, ਉਸ ਦੀ ਇੱਕੋ ਹੀ ਇੱਕ ਅਸਲ ਆਸ ਕਿਸੇ ਨਾ ਕਿਸੇ ਤਰ੍ਹਾਂ ਜੋ ਪੈਸਾ ਉਸ ਨੇ ਗਵਾਇਆ ਹੈ ਉਸ ਨੂੰ ਪੂਰਾ ਕਰਨਾ ਅਤੇ ਦੁਬਾਰਾ ਆਪਣੀ ਸੰਪत्ति ਬਣਾਉਣਾ ਹੈ, ਤਾਂ ਕਿ ਉਹ ਘਰ ਵਾਪਸ ਜਾ ਸਕੇ ਅਤੇ ਦੁਬਾਰਾ ਫਿਰ ਪੁੱਤਰ ਬਣ ਸਕੇ। ਪਰ ਸਾਰਾ ਪੈਸਾ ਤਾਂ ਖਰਚ ਹੋ ਚੁੱਕਾ ਹੈ ਅਤੇ ਹੁਣ ਉਸ ਦੀ ਪਹਿਲੀ ਯੋਜਨਾ ਇਹ ਹੈ, ਮੈਂ ਕਿਸੇ ਕਿਸਾਨ ਕੋਲ ਜਾਵਾਂਗਾ ਅਤੇ ਉਸ ਕਿਸਾਨ ਦਾ ਕੰਮ ਧੰਦਾ ਕਰਾਂਗਾ, ਫਿਰ ਮੈਂ ਪੈਸਾ ਕਮਾਵਾਂਗਾ ਅਤੇ ਫਿਰ ਮੈਂ ਆਪਣੇ ਘਰ ਪਰਿਵਾਰ ਵਿੱਚ ਜਾਵਾਂਗਾ, ਆਪਣੇ ਘਰਾਣੇ ਵਿੱਚ ਦੁਆਰਾ ਜੁੜਾਂਗਾ। ਇਸ ਤਰ੍ਹਾਂ ਉਹ ਚਲਾ ਜਾਂਦਾ ਹੈ ਅਤੇ ਬਾਈਬਲ ਬਾਣੀਆਂ ਸਾਨੂੰ ਦੱਸਦੀਆਂ ਹਨ ਕਿ ਉਹ ਇੱਕ ਗੈਰ ਯਹੂਦੀ ਕਿਸਾਨ ਨਾਲ ਮਿਲ ਜਾਂਦਾ ਹੈ। ਹੁਣ ਇਹ ਸਾਡੇ ਸਾਹਮਣੇ ਇੱਕ ਛੋਟਾ ਪੁਰਾਣਾ ਯਹੂਦੀ ਲੜਕਾ ਹੈ। ਹੁਣ ਉਹ ਕੁਝ ਇਹੋ ਜਿਹਾ ਕੰਮ ਕਰਨ ਜਾ ਰਿਹਾ ਹੈ, ਉਸ ਨੂੰ ਕਦੇ ਨਹੀਂ ਕਰਨਾ ਚਾਹੀਦਾ, ਪਰ ਉਹ ਤਾਂ ਪੂਰੀ ਤਰ੍ਹਾਂ ਨਿਰਾਸ਼ ਹੋਣ ਹੀ ਵਾਲਾ ਹੈ, ਕਿਉਂਕਿ ਉਹ ਗੈਰ ਯਹੂਦੀ ਕਿਸਾਨ ਉਸ ਦਾ ਕੰਮ ਉਸ ਨੂੰ ਦੇ ਦਿੰਦਾ ਹੈ। ਜਰਾ ਅੰਦਾਜ਼ਾ ਲਗਾਓ ਕਿ ਇਹ ਕੀ ਹੈ। ਉਹ ਸੂਰਾਂ ਨੂੰ ਖਵਾਉਂਦਾ ਹੈ। ਸੂਰ ਅਸ਼ੁੱਧ ਹਨ। ਇਹ ਇਸ ਯਹੂਦੀ ਲੜਕੇ ਲਈ ਆਖਰਕਾਰ ਇੱਕ ਬਹੁਤ ਹੀ ਭਿਆਨਕ ਯਾਤਰਾ ਸੀ। ਇਸ ਤਰ੍ਹਾਂ ਹੁਣ ਸੂਰਾਂ ਨੂੰ ਖਵਾ ਰਿਹਾ ਹੈ। ਇਸ ਤੋਂ ਬਾਅਦ ਪਿਤਾ ਨਾਲ ਕੀਤੀ ਚਲਾਕੀ, ਜਿਸ ਦਾ ਜ਼ਿਕਰ ਲੂਕਾ ਦੀ ਅੰਜੀਲ 15 ਅਧਿਆਇ 17-19 ਐਤਾਂ ਵਿੱਚ ਇਹ ਹੈ। ਇਸ ਬਾਰੇ ਗੌਰ ਕਰਦੇ ਹਾਂ। ਹੁਣ ਅਸੀਂ ਅਚਾਨਕ ਹੀ ਇਸ ਕਹਾਣੀ ਦੇ ਤੀਸਰੇ ਭਾਗ ਵਿੱਚ ਦਾਖਲ ਹੋ ਜਾਂਦੇ ਹਾਂ, ਜੋ ਪਿਤਾ ਨਾਲ ਕੀਤੀ ਚਲਾਕੀ ਦਾ ਜ਼ਿਕਰ 17 ਔਰ 19 ਐਤ ਵਿੱਚ ਦਰਜ ਹੈ। ਕੁਝ ਇਹੋ ਜਿਹੇ ਇੱਥੇ ਵਾਪਰਦਾ ਹੈ
ਜੋ ਇਸ ਪਲ ਤੋਂ ਬਾਅਦ ਸਭ ਕੁਝ ਬਦਲ ਦਿੰਦਾ ਹੈ ਅਤੇ ਮੈਂ ਇਸ ਨੂੰ ਪਿਤਾ ਦੀ ਚਲਾਕੀ ਆਖਦਾ ਹਾਂ ਅਤੇ ਮੈਨੂੰ ਆਸ ਹੈ ਕਿ ਆਪ ਵੀ ਇਸ ਸਿਰਲੇਖ ਦੇ ਉਚਿਤ ਹੋਣ ਨਾਲ ਸਹਿਮਤ ਹੋਵੋਗੇ। ਧੰਨਵਾਦ ਪਿਆਰੇ ਦਰਸ਼ਕੋ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਦੋਸਤੋ, ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਲੂਕਾ ਦੀ ਅੰਜੀਲ ਉੱਤੇ ਉਸਦੇ 15 ਅਧਿਆਏ ਦੀ 11 ਆਇਤ ਤੋਂ ਲੈ ਕੇ 32 ਆਇਤ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਇੱਕ ਬੜੀ ਦਿਲਚਸਪ ਕਹਾਣੀ ਨੂੰ ਦੇਖਿਆ ਜੋ ਕਿ ਉਜਾੜੂ ਪੁੱਤਰ ਅਤੇ ਉਸਦੇ ਪਿਤਾ ਦੇ ਬਾਰੇ ਸੀ। ਦੋਸਤੋ, ਜਿਵੇਂ ਕਿ ਤੁਸੀਂ ਸਭਨਾਂ ਨੂੰ ਪਤਾ ਹੀ ਹੈ ਕਿ ਅਸੀਂ ਕਿਰਪਾ ਦੇ ਉੱਤੇ ਅਧਿਐਨ ਕਰ ਰਹੇ ਹਾਂ। ਉਹ ਕਿਰਪਾ ਜੋ ਪਰਮੇਸ਼ਰ ਵੱਲੋਂ ਆਉਂਦੀ ਹੈ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਸਾਨੂੰ ਮਿਲਦੀ ਹੈ। ਇਹ ਕਹਾਣੀ ਸਾਨੂੰ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਸਮਝਾਉਂਦੇ ਹੋਏ ਇੱਕ ਉਮਦਾ ਕਿਸਮ ਦੀ ਮਿਸਾਲ ਪੇਸ਼ ਕਰਦੀ ਹੈ। ਜੌਨ ਨਿਊਟਨ, ਜਿਸ ਨੇ ਕਿ ਅਮੇਜ਼ਿੰਗ ਗ੍ਰੇਸ, ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਹੈਰਾਨ ਕਰਨ ਵਾਲੀ ਕਿਰਪਾ ਕਹਿ ਸਕਦੇ ਹਾਂ, ਗੀਤ ਨੂੰ ਲਿਖਿਆ। ਉਹ ਕਹਿੰਦਾ ਹੈ ਕਿ ਉਜਾੜੂ ਪੁੱਤਰ ਦੀ ਕਹਾਣੀ ਉਹਨੂੰ ਬਹੁਤ ਪ੍ਰੇਰਿਤ ਕਰਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹ ਕਹਾਣੀ ਤਾਂ ਉਸਦੇ ਜੀਵਨ ਦੇ ਨਾਲ ਹੀ ਮਿਲਦੀ ਜੁਲਦੀ ਹੈ। ਉਹ ਤਾਂ ਪਾਪ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਅਤੇ ਪਰਮੇਸ਼ਰ ਦੀ ਨਿੰਦਾ ਕਰਨ ਵਾਲਾ ਸੀ। ਜੇਕਰ ਪਰਮੇਸ਼ਰ ਉਸਦੇ ਉੱਤੇ ਮਿਹਰਬਾਨ ਨਾ ਹੁੰਦਾ ਤਾਂ ਉਹ ਕਦੇ ਵੀ ਉਸ ਕਿਰਪਾ ਦੇ ਸਵਾਦ ਨੂੰ ਨਹੀਂ ਚੱਖ ਸਕਦਾ ਸੀ। ਦੋਸਤੋ, ਉਜਾੜੂ ਪੁੱਤਰ ਤਾਂ ਆਪਣੀ ਗਲਤੀਆਂ ਕਰਕੇ ਬਦਹਾਲੀ ਦੀ ਹਾਲਤ ਵਿੱਚ ਸੀ ਅਤੇ ਉਸ ਤੋਂ ਆਪਣੇ ਆਪ ਬਾਹਰ ਨਿਕਲਣ ਦਾ ਰਸਤਾ ਵੀ ਨਹੀਂ ਮਿਲ ਰਿਹਾ ਸੀ। ਤਾਂ ਉਹ ਆਪਣੇ ਪਿਤਾ ਦੇ ਕੋਲ ਵਾਪਸ ਆਉਂਦਾ ਹੈ, ਪਰ ਪਿਤਾ ਦੀ ਤਾਂਘ ਤਾਂ ਹਮੇਸ਼ਾ ਹੀ ਆਪਣੇ ਪੁੱਤਰ ਵੱਲ ਲੱਗੀ ਰਹੀ। ਉਹਦਾ ਕੋਈ ਵੀ ਦਿਨ ਅਜਿਹਾ ਨਹੀਂ ਗਿਆ ਹੋਣਾ ਜਦੋਂ ਕਿ ਉਹ ਆਪਣੇ ਪੁੱਤਰ ਦੇ ਘਰ ਵਾਪਸ ਆਉਣ ਦੇ ਇੰਤਜ਼ਾਰ ਵਿੱਚ ਨਾ ਗੁਜ਼ਰਾਏ। ਯਹੂਦੀ ਸਮਾਜਿਕ ਵਿਵਸਥਾ ਦੇ ਅਨੁਸਾਰ ਜੇਕਰ ਕੋਈ ਪੁੱਤਰ ਆਪਣੇ ਪਿਤਾ ਤੋਂ ਆਪਣੇ ਹਿੱਸੇ ਦਾ ਮਾਲ ਧਨ ਲੈ ਕੇ ਆਪਣੇ ਪਿਤਾ ਨੂੰ ਅਤੇ ਘਰਾਣੇ ਨੂੰ ਛੱਡ ਕੇ ਬਾਹਰ ਚਲਿਆ ਜਾਂਦਾ ਸੀ ਤਾਂ ਉਹ ਇੱਕ ਕਿਸਮ ਤੋਂ ਆਪਣੇ ਪਿਤਾ ਨੂੰ ਨੀਵਾਂ ਵਿਖਾਉਂਦਾ ਸੀ ਅਤੇ ਉਸ ਦੀ ਇਹ ਕਾਰਜਕਾਰੀ ਇਹ ਵਿਖਾਉਂਦੀ ਸੀ ਕਿ ਉਸ ਲਈ ਪਿਤਾ ਹੁਣ ਮਰ ਚੁੱਕਾ ਹੈ, ਕਿਉਂਕਿ ਧਨ ਸੰਪत्ति ਦੀ ਅਸਲੀ ਵੰਡ ਤਾਂ ਪਿਤਾ ਦੀ ਮੌਤ ਤੋਂ ਬਾਅਦ ਹੀ ਹੁੰਦੀ ਸੀ। ਦੋਸਤੋ, ਉਸ ਸਮੇਂ ਦੇ ਯਹੂਦੀ ਸਮਾਜ ਵਿੱਚ ਇਹ ਵੀ ਪ੍ਰਚਲਿਤ ਸੀ ਕਿ ਜੇਕਰ ਇੱਕ ਵਾਰੀ ਪੁੱਤਰ ਆਪਣਾ ਹਿੱਸਾ ਲੈ ਕੇ ਬਾਹਰ ਨਿਕਲ ਗਿਆ ਤਾਂ ਉਸ ਦਾ ਫਿਰ ਆਪਣੇ ਪਿਤਾ ਅਤੇ ਪਰਿਵਾਰ ਦੇ ਵਿੱਚ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਸੀ। ਇਸ ਕਰਕੇ ਉਜਾੜੂ ਪੁੱਤਰ ਆਪਣੇ ਪਿਤਾ ਦੇ ਘਰ ਵਾਪਸ ਆ ਕੇ ਉਹਨੂੰ ਕਹਿੰਦਾ ਹੈ ਕਿ ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਖਿਲਾਫ ਗੁਨਾਹ ਕੀਤਾ ਹੈ ਅਤੇ ਇਸ ਯੋਗ ਨਹੀਂ ਆ ਕਿ ਮੈਂ ਫਿਰ ਤੋਂ ਤੇਰਾ ਪੁੱਤਰ ਕਹਾਵਾਂ। ਇਸ ਕਰਕੇ ਮੈਨੂੰ ਆਪਣੇ ਘਰ ਵਿੱਚ ਨੌਕਰ ਹੀ ਰੱਖ ਲੈ। ਪਰ ਪਿਤਾ ਨੇ ਉਸ ਦੀ ਹਾਲਤ ਤੇ ਤਰਸ ਖਾਧਾ ਅਤੇ ਉਸ ਦੇ ਉੱਤੇ ਕਿਰਪਾ ਕੀਤੀ। ਪਿਤਾ ਨੇ ਨਾ ਸਿਰਫ ਉਸ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ, ਸਗੋਂ ਉਸਦੇ ਸਾਰੇ ਪਰਿਵਾਰਕ ਹੱਕ ਵੀ ਉਹਨੂੰ ਵਾਪਸ ਕਰ ਦਿੱਤੇ ਅਤੇ ਉਸ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ। ਦੋਸਤੋ, ਉਜਾੜੂ ਪੁੱਤਰ ਅਤੇ ਉਸਦੇ ਪਿਤਾ ਦੀ ਇਹ ਕਹਾਣੀ ਪਰਮੇਸ਼ਰ ਪਿਤਾ ਦੇ ਬਾਰੇ ਉਸਦੇ ਕਿਰਪਾਲੂ ਹੋਣ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਪਿਤਾ ਕਦੇ ਨਹੀਂ ਚਾਹੁੰਦਾ ਕਿ ਉਸਦੇ ਬੱਚੇ ਪਾਪ ਵਿੱਚ ਫਸ ਕੇ ਹਮੇਸ਼ਾ ਦੇ ਲਈ ਨਾਸ਼ ਹੋ ਜਾਣ। ਉਹ ਸਾਡੇ ਉੱਤੇ ਕਿਰਪਾ ਕਰਦਾ ਹੈ ਅਤੇ ਸਾਨੂੰ ਪਾਪ ਦੀ ਦਲਦਲ ਤੋਂ ਬਾਹਰ ਕੱਢਦਾ ਹੈ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਰਮੇਸ਼ਰ ਦੀ ਮਹਾਨ ਕਿਰਪਾ ਹੁਣ ਸਮਝ ਆ ਗਈ ਹੋਗੀ। ਹੁਣ ਤੁਸੀਂ ਸਮਝ ਰਹੇ ਹੋਗੇ ਕਿ ਸਾਡਾ ਪਰਮੇਸ਼ਰ ਪਿਤਾ ਕਿਰਪਾ ਵਿੱਚ ਕਿੰਨਾ ਮਹਾਨ ਅਤੇ ਪ੍ਰੇਮ ਕਰਨ ਵਾਲਾ ਪਰਮੇਸ਼ਰ ਹੈ। ਫਿਰ ਵੀ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗ ਰਿਹਾ ਤਾਂ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਦੋਸਤੋ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ ਕਿਉਂਕਿ ਸਾਡਾ ਸਮਾਂ ਸਮਾਪਤ ਹੋ ਗਿਆ। ਇਸ ਕਰਕੇ ਸਾਨੂੰ ਹੁਣ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ 'ਚ ਫਿਰ ਮਿਲਦੇ ਹਾਂ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।